इस हफ्ते पंजाबी अखबारों में छपियां पंथ ਅਤੇ ਪੰਜਾਬ ਬਾਰੇ ਮੁੱਖ ਖਬਰਾਂ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਐਮਪੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਯੂਨਾਈਟਿਡ ਨੇਸ਼ਨਸ ਅਤੇ ਹੋਰ ਕੌਮਾਂਤਰੀ ਮਨੁੱਖੀ ਅਧਿਕਾਰ ਜਥੇਬੰਦੀਆਂ ਨੂੰ ਇੰਡੀਆ ਦੀ ਹੋਣ ਵਾਲੀ ਪਾਰਲੀਮੈਂਟ ਚੋਣਾਂ ਨੂੰ ਪਾਰਦਰਸ਼ੀ ਅਤੇ ਨਿਰਪੱਖ ਢੰਗ ਨਾਲ ਕਰਵਾਉਣ ਲਈ ਆਪਣੇ ਆਬਜ਼ਰਵਰ ਭੇਜਣ ਦੀ ਕੀਤੀ ਅਪੀਲ। ਦਿੱਲੀ ਨਾਗਪੁਰ ਮਾਡਲ ਨੂੰ ਚੋਣਾਂ 'ਚ ਰੱਦ ਕਰੇਗਾ ਪੰਜਾਬ, ਬੰਦੀ ਸਿੰਘਾਂ ਦੀ ਰਿਹਾਈ ਲਈ ਲੜੇਗਾ ਪੰਜਾਬ। ਖਰੜਾ ਮਿਸ਼ਨ ਨੇ ਬਣਾਇਆ ਚੋਣ ਮਿਸ਼ਨ। ਪੰਜਾਬ ਦੇ ਪਿੰਡਾਂ ਵੱਲੋਂ ਭਾਜਪਾ ਆਗੂਆਂ ਦੇ ਬਾਈਕਾਟ ਦਾ ਸੱਦਾ। ਚੋਣ ਪ੍ਰਚਾਰ ਲਈ ਆਉਣ ਵਾਲੇ ਭਾਜਪਾ ਆਗੂਆਂ ਲਈ ਲਗਾਏ ਗਏ ਪੋਸਟਰ। ਜੇ ਕਿਸਾਨਾਂ ਦਾ ਦਿੱਲੀ ਜਾਣਾ ਬੰਦ ਹੈ ਤਾਂ ਭਾਜਪਾ ਦਾ ਪਿੰਡਾਂ 'ਚ ਆਉਣਾ ਵੀ ਬੰਦ। ਲੋਕ ਸਭਾ ਚੋਣਾਂ ਵਿੱਚ ਹਿੱਸਾ ਲੈ ਰਹੇ ਹਨ 7 ਤਾਮਿਲ ਸਿੱਖ। ਇਹ 2021 ਦੇ ਕਿਸਾਨ ਅੰਦੋਲਨ ਤੋਂ ਪ੍ਰੇਰਨਾ ਲੈ ਕੇ ਬਣੇ ਸਨ ਸਿੱਖ। ਅਨਾਜ ਮੰਡੀਆਂ ਬੰਦ ਕਰਕੇ ਪ੍ਰਾਈਵੇਟ ਸਾਈਲੋਜ਼ ਨੂੰ ਸਿੱਧੇ ਖਰੀਦਣ ਦੀ ਮਨਜ਼ੂਰੀ ਦੇ ਕੇ ਭਗਵੰਤ ਮਾਨ ਦੀ ਨੀਅਤ ਵੀ ਹੋਈ ਬੇਪਰਦਾ। ਕੈਨਨ ਬੁਆਏ ਵੱਲੋਂ ਮਸ਼ਹੂਰ ਕਿਸਾਨ ਨਵਦੀਪ ਸਿੰਘ ਦੀ ਵਿਦੇਸ਼ੀ ਫੰਡਿੰਗ ਦੇ ਇਲਜ਼ਾਮ ਤਹਿਤ ਕੀਤੀ ਗ੍ਰਿਫਤਾਰੀ ਤੇ ਭੜਕੇ ਕਿਸਾਨ, ਲੇਕਿਨ ਨਹੀਂ ਕਰਵਾਉਣਗੇ ਉਸ ਦੀ ਜ਼ਮਾਨਤ, ਕਿਹਾ ਨਵਦੀਪ ਦੇ ਪਿਤਾ ਨੇ। ਗੁਰਦੁਆਰਾ ਨਾਨਕ ਮੱਤਾ ਸਾਹਿਬ ਦੇ ਕਾਰ ਸੇਵਾ ਡੇਰੇ ਦੇ ਮੁਖੀ ਬਾਬਾ ਤਰਸੇਮ ਸਿੰਘ ਦੇ ਕਤਲ ਦੇ ਸੰਬੰਧ ਵਿੱਚ ਉੱਥੋਂ ਦੀਆਂ ਸੰਗਤਾਂ ਵੱਲੋਂ ਕੀਤੇ ਗਏ ਸ਼ਰਮਨਾਕ ਖੁਲਾਸੇ। ਤਰਨਤਾਰਨ ਦੇ ਸਰਬਜੀਤ ਸਿੰਘ ਮੀਆਂ ਵਿੰਡ ਨੇ ਲਈ ਕਤਲ ਦੀ ਜ਼ਿੰਮੇਵਾਰੀ। ਵਿਸਾਖੀ ਤੇ ਈਪਰ ਬੈਲਜੀਅਮ ਦੀ ਸੰਗਤਾਂ ਕਰਵਾ ਰਹੀਆਂ ਹਨ ਦੋਨਾਂ ਵਿਸ਼ਵ ਯੁੱਧਾਂ ਵਿੱਚ ਸ਼ਹੀਦ ਹੋਏ ਸਿੱਖ ਫੌਜੀਆਂ ਦੀ ਯਾਦ ਨੂੰ ਸਮਰਪਿਤ ਇੱਕ ਵਿਸ਼ਾਲ ਧਾਰਮਿਕ ਸਮਾਗਮ। ਬੁੰਗਾ ਰਾਮਗੜੀਆ ਨੂੰ ਦੁਬਾਰਾ ਦਿੱਤੀ ਗਈ ਹੈ ਪੁਰਾਤਨ ਦਿੱਖ। ਜੂਨ 1984 ਦੇ ਫੌਜੀ ਹਮਲੇ ਦੌਰਾਨ ਇਸ ਦਾ ਵੀ ਹੋਇਆ ਸੀ ਬਹੁਤ ਨੁਕਸਾਨ। ਪੰਜਾਬ ਦੇ ਵਿੱਚ ਸਰਕਾਰੀ ਨੌਕਰੀ ਲੈਣ ਵਾਲੇ ਪੰਜਾਬੀ ਭਾਸ਼ਾ ਦੀ ਪ੍ਰੀਖਿਆ ਵਿੱਚ 69 ਉਮੀਦਵਾਰਾਂ ਵਿੱਚੋਂ 62 ਹੋ ਗਏ ਫੇਲ। ਪੱਕੀ ਜ਼ਮਾਨਤ ਤੇ ਰਿਹਾ ਹੋਏ ਭਾਈ ਗੁਰਮੀਤ ਸਿੰਘ ਇੰਜੀਨੀਅਰ ਦੀ ਜ਼ਮਾਨਤ ਗਵਰਨਰ ਪੰਜਾਬ ਨੇ ਕੀਤੀ ਰੱਦ। ਗਵਰਨਰ ਦਾ ਘਿਰਾਓ ਰੋਕਣ ਲਈ ਚੰਡੀਗੜ੍ਹ ਪ੍ਰਸ਼ਾਸਨ ਨੇ ਕੀਤਾ ਸਾਰੇ ਬੰਦੀ ਸਿੰਘਾਂ ਦੀ ਰਿਹਾਈ ਦਾ ਵਾਅਦਾ। ਜੰਮੂ ਦੇ 12ਵੀਂ ਜਮਾਤ ਦੇ ਇੱਕ ਸਿੱਖ ਲੜਕੇ ਓਂਕਾਰ ਸਿੰਘ ਨੂੰ ਇਸਰੋ ਅਤੇ ਨਾਸਾ ਤੋਂ ਮਿਲੀ ਨੌਕਰੀ ਦੀ ਪੇਸ਼ਕਸ਼। ਸਿੱਖ ਯੂਥ ਯੂਕੇ ਬਾਰੇ ਭੜਕਾਊ ਟਿੱਪਣੀ ਲਈ ਓਏਸਿਸ ਵੱਲੋਂ ਮੰਗੀ ਮਾਫੀ ਨੂੰ ਠੁਕਰਾਇਆ ਯੂਨਾਈਟਿਡ ਸਿੱਖਸ ਨੇ। ਖਾਲਿਸਤਾਨੀਆਂ ਦੇ ਖਾਤੇ ਜ਼ਬਤ ਕਰਨ ਵਾਲੀ ਖਬਰ ਨੂੰ ਬਰਤਾਨਵੀ ਗ੍ਰਹਿ ਵਿਭਾਗ ਨੇ ਦੱਸਿਆ ਗੁੰਮਰਾਹ ਕੁਨ। ਕਿਹਾ ਸਿੱਖ ਬਰਤਾਨਵੀ ਸਮਾਜ ਦੀ ਮਜ਼ਬੂਤੀ ਵਿੱਚ ਪਾ ਰਹੇ ਹਨ ਯੋਗਦਾਨ। ਕੈਲੀਫੋਰਨੀਆ ਦੇ ਸੈਕਰੋਮੈਂਟੋ ਵਿਖੇ ਸਿੱਖ ਫॉर ਜਸਟਿਸ ਵੱਲੋਂ ਕਰਵਾਏ ਗਏ ਨਾਨ ਬਾਈਂਡਿੰਗ ਰੈਫਰੈਂਡਮ ਦੇ ਬਾਅਦ ਹੁਣ ਅਗਲੀਆਂ ਵੋਟਾਂ ਕੈਨੇਡਾ ਦੇ ਕੈਲਗਰੀ ਵਿੱਚ ਪੈਣਗੀਆਂ ਜੁਲਾਈ ਵਿੱਚ। ਅਤੇ ਆਖਿਰ ਵਿੱਚ ਤਬਸਰਾ, ਜਿਸ ਵਿੱਚ ਐਤਕੀ 3 ਮੁੱਦੇ ਸ਼ਾਮਲ ਹਨ। ਇੱਕ, ਕੁਝ ਗੱਲਾਂ ਬੀਜੇਪੀ ਦੇ ਜੋਰੀ ਮੰਗੇ ਦਾਨਵੇ ਲਾਲੋ ਵਾਲੇ ਹਨੇਰ ਕਾਲ ਬਾਰੇ। ਦੂਜੀ, ਅਮਰੀਕੀ ਰਾਜਦੂਤ ਇਰਿਕ ਗਾਰਸੇਟੀ ਦਾ ANI ਦੀ ਐਡੀਟਰ ਸਮਿਤਾ ਪ੍ਰਕਾਸ਼ ਨੂੰ ਮੁੱਖ ਤੋੜਵਾਂ ਜਵਾਬ ਦੇ ਮਾਇਨੇ। ਅਤੇ ਤੀਜਾ, ਪੰਜਾਬ ਦਾ ਭਲਾ ਚਾਹਣ ਵਾਲੇ ਪੰਜਾਬੀਆਂ ਨੂੰ ਸੋਚਣਾ ਪਵੇਗਾ ਕਿ ਉਹਨਾਂ ਪਾਰਟੀਆਂ ਅਤੇ ਵਿਅਕਤੀਆਂ ਨੂੰ ਵੋਟਾਂ ਪਾ ਕੇ ਆਪਣੀਆਂ ਵੋਟਾਂ ਕਿਉਂ ਖਰਾਬ ਕਰਨੀਆਂ ਜੋ ਪੰਜਾਬ ਦੇ ਸਵੈਮਾਣ ਅਤੇ ਨਿਆਂ ਵਾਲੇ ਮੁੱਦਿਆਂ ਦੀ ਗੱਲ ਨੂੰ ਵੀ ਵੱਖਵਾਦੀ ਸਮਝਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਭੁਪਿੰਦਰ ਸਿੰਘ ਭਾਈ ਖੇਲ ਹਾਜ਼ਰ ਹਾਂ ਇਸ ਹਫ਼ਤੇ ਦੀਆਂ ਪੰਜਾਬੀ ਅਖਬਾਰਾਂ ਵਿੱਚ ਛਪੀਆਂ ਪੰਥ ਅਤੇ ਪੰਜਾਬ ਨਾਲ ਜੁੜੀਆਂ ਕੁਝ ਖਾਸ ਖਬਰਾਂ ਅਤੇ ਹਾਲਾਤੇ ਹਾਜ਼ਰਾ ਤੇ ਤਬਸਰਾ ਲੈ ਕੇ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ MP ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਯੂਨਾਈਟਿਡ ਨੇਸ਼ਨਸ ਅਤੇ ਹੋਰ ਕੌਮਾਂਤਰੀ ਮਨੁੱਖੀ ਅਧਿਕਾਰ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇੰਡੀਆ ਦੀ ਪਾਰਲੀਮੈਂਟ ਦੀਆਂ ਮਈ-ਜੂਨ 2024 ਦੀਆਂ ਹੋ ਰਹੀਆਂ ਚੋਣਾਂ ਨੂੰ ਪਾਰਦਰਸ਼ੀ ਅਤੇ ਨਿਰਪੱਖ ਢੰਗ ਨਾਲ ਕਰਵਾਏ ਜਾਣ ਲਈ ਆਪਣੇ ਆਬਜ਼ਰਵਰ ਭੇਜੇ ਤਾਂ ਕਿ ਚੋਣਾਂ ਬਿਨਾਂ ਕਿਸੇ ਧਾਂਦਲੀ ਤੇ ਨਿਰਪੱਖ ਤੇ ਆਜ਼ਾਦ ਢੰਗ ਨਾਲ ਨੇਪਰੇ ਚੜ੍ਹ ਸਕਣ। ਉਹਨਾਂ ਕਿਹਾ ਕਿ ਚੋਣ ਕਮਿਸ਼ਨ ਹਰ ਵਾਰ ਚੋਣਾਂ ਨਿਰਪੱਖਤਾ ਨਾਲ ਕਰਵਾਉਣ ਦਾ ਵਾਅਦਾ ਤਾਂ ਕਰਦਾ ਹੈ, ਪਰ ਹਰ ਚੋਣ ਦੇ ਮੌਕੇ 'ਤੇ ਦੇਸ਼ ਦੇ ਸਾਰੇ ਸੂਬਿਆਂ ਵਿੱਚ ਹੁਕਮਰਾਨ ਅਤੇ ਬਾਹੂਬਲੀ ਤੇ ਕੱਟੜਵਾਦੀ ਬੂਥਾਂ ਤੇ ਕਬਜ਼ਾ ਕਰਦੇ ਹਨ। ਵੋਟਰਾਂ ਨੂੰ ਡਰਾ ਧਮਕਾ ਕੇ ਜਾਂ ਲਾਲਚ ਦੇ ਕੇ ਵੋਟਾਂ ਪਵਾਉਂਦੇ ਹਨ। ਸਰਦਾਰ ਮਾਨ ਨੇ ਕਿਹਾ ਕਿ BJP RSS ਦੀ ਮੋਦੀ ਸਰਕਾਰ
ਵਿਰੋਧੀ ਪਾਰਟੀਆਂ ਦੇ ਸਿਰਕੱਢ ਆਗੂਆਂ ਅਤੇ ਮੁੱਖ ਮੰਤਰੀਆਂ ਅਤੇ ਮੰਤਰੀਆਂ ਤੇ ਈਡੀ, ਸੀਬੀਆਈ ਅਤੇ ਹੋਰ ਏਜੰਸੀਆਂ ਦੇ ਛਾਪੇ ਮਰਵਾ ਕੇ ਉਹਨਾਂ ਤੇ ਦਬਾਅ ਪਾਉਣ ਦੀ ਨੀਤੀ ਉੱਤੇ ਚੱਲ ਰਹੀ ਹੈ, ਜਿਸ ਤੋਂ ਪ੍ਰਤੱਖ ਹੁੰਦਾ ਹੈ ਕਿ ਮੋਦੀ ਹਕੂਮਤ ਦੀ ਜਿੱਤ ਪ੍ਰਾਪਤ ਕਰਨ ਲਈ ਧੱਕੇਸ਼ਾਹੀ ਅਤੇ ਗੈਰ ਕਾਨੂੰਨੀ ਅਮਲ ਕਰ ਸਕਦੇ ਹਨ। ਇਸ ਲਈ ਪਾਰਲੀਮੈਂਟ ਚੋਣਾਂ ਨਿਰਪੱਖ ਤਰੀਕੇ ਨਾਲ ਹੋਣਗੀਆਂ, ਇਸ ਦੀ ਉਮੀਦ ਘੱਟ ਹੀ ਲੱਗਦੀ ਹੈ ਕਿ ਜਿਸ ਤਰ੍ਹਾਂ ਅੱਜ ਭਾਰਤ ਦੇ ਵਿੱਚ ਮਨੁੱਖੀ ਹੱਕਾਂ ਅਤੇ ਲੋਕਤੰਤਰ ਦੀ ਸੰਘੀ ਘੋਟਣ ਦੀਆਂ ਘਟਨਾਵਾਂ ਹੋ ਰਹੀਆਂ ਹਨ, ਸਾਰੇ ਸੰਸਾਰ ਵਿੱਚ ਭਾਰਤ ਦੀ ਇਮੇਜ ਖਰਾਬ ਹੋ ਰਹੀ ਹੈ। ਸਿਆਸੀ ਗ੍ਰਿਫਤਾਰੀਆਂ ਨੂੰ ਲੈ ਕੇ ਪੱਛਮੀ ਮੁਲਕ ਪਹਿਲਾਂ ਹੀ ਆਪਣੀ ਚਿੰਤਾ ਦਾ ਪ੍ਰਗਟਾਵਾ ਕਰ ਚੁੱਕੇ ਹਨ। ਯੂਨਾਈਟਿਡ ਨੇਸ਼ਨਸ ਦੇ ਜਨਰਲ ਸਕੱਤਰ ਦੇ ਸਪੋਕਸਪਰਸਨ ਮਿਸਟਰ ਸਟੀਫਨ ਦੁਜ਼ਾਰਿਕ ਨੇ ਵੀ ਇੰਡੀਆ ਦੇ ਹੁਕਮਰਾਨਾਂ ਅਤੇ ਚੋਣ ਕਮਿਸ਼ਨ ਤੋਂ ਵੀ ਨਿਰਪੱਖਤਾ ਨਾਲ ਚੋਣਾਂ ਕਰਵਾਏ ਜਾਣ ਦੀ ਉਮੀਦ ਪ੍ਰਗਟ ਕੀਤੀ ਹੈ। ਖਰੜਾ ਮਿਸ਼ਨ ਆਰਗੇਨਾਈਜੇਸ਼ਨ, ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ, ਮਨੁੱਖੀ ਅਧਿਕਾਰ ਸੰਗਠਨ ਨੇ ਆਖਿਆ ਹੈ ਕਿ ਭਾਜਪਾ, ਕਾਂਗਰਸ, ਆਪ ਅਤੇ ਕਾਮਰੇਡ ਇਹ ਸਭ ਦਿੱਲੀ ਨਾਗਪੁਰ ਮਾਡਲ ਦੀਆਂ ਹਿਮਾਇਤੀ ਧਿਰਾਂ ਹਨ। ਇਹ ਸਾਰੇ ਗੁਰੂ ਸਾਹਿਬਾਨ ਦੇ ਸੰਦੇਸ਼ ਤੇ ਆਧਾਰਿਤ ਕਰਤਾਰਪੁਰ ਮਾਡਲ ਦੀਆਂ ਵੀ ਵਿਰੋਧੀ ਹੀ ਨਹੀਂ, ਇਹ ਸਰਬੱਤ ਦੇ ਭਲੇ ਦੀ ਵੀ ਵੈਰੀ ਹਨ। ਇਸ ਕਾਰਨ ਗੁਰੂਆਂ ਦਾ ਪੰਜਾਬ ਇਹਨਾਂ ਧਿਰਾਂ ਨੂੰ ਆਉਂਦੀਆਂ ਚੋਣਾਂ ਵਿੱਚ ਲੱਕ ਤੋੜਵੀਂ ਹਾਰ ਦੇਵੇਗਾ। ਇਹ ਧਿਰਾਂ ਕਾਰਪੋਰੇਟ ਘਰਾਣਿਆਂ ਅਰਥਾਤ ਅੱਜ ਦੇ ਮਲਿਕ ਭਾਗੋਆਂ ਨੂੰ, ਸ੍ਰੀ ਦਰਬਾਰ ਸਾਹਿਬ ਤੇ ਫੌਜੀ ਹਮਲੇ ਨੂੰ, ਝੂਠੇ ਮੁਕਾਬਲਿਆਂ ਨੂੰ, ਗੁਜਰਾਤ ਕਤਲੇਆਮ ਨੂੰ, ਬਾਬਰੀ ਮਸਜਿਦ ਢਾਹੁਣ ਨੂੰ, ਨਸ਼ਿਆਂ ਰਾਹੀਂ ਤਬਾਹੀ ਨੂੰ, ਖੁਦਕਸ਼ੀਆਂ ਨੂੰ, ਬੇਅਦਬੀਆਂ ਨੂੰ, ਬੰਦੀ ਸਿੰਘਾਂ ਨੂੰ ਜੇਲ੍ਹਾਂ ਵਿੱਚ ਰੋਲਣ ਨੂੰ, ਪੰਜਾਬ ਦਾ ਪਾਣੀ, ਬਿਜਲੀ, ਰਾਜਧਾਨੀ ਖੋਹਣ ਨੂੰ, ਧਾਰਾ 370 ਰੱਦ ਕਰਾਉਣ, UAPA ਲਾਉਣ ਨੂੰ ਵਿਕਾਸ ਦੱਸ ਰਹੀਆਂ ਹਨ। ਇਹਨਾਂ ਜਥੇਬੰਦੀਆਂ ਨੇ ਕਿਹਾ ਕਿ ਰਾਜ ਭਾਗ ਤੇ ਅਧਰਮੀ ਲੋਕ ਕਾਬਜ਼ ਹੋ ਚੁੱਕੇ ਹਨ, ਜੋ ਸ਼ੁਭ ਅਮਲਾਂ ਦੇ ਰਾਹ ਪੈਣ ਦੀ ਬਜਾਏ ਖੁਦ ਰੱਬ ਬਣ ਬੈਠੇ ਹਨ। ਮਨੂਵਾਦੀਆਂ ਤੇ ਉਹਨਾਂ ਦੇ ਟੁੱਕੜ ਬੋਚਾਂ ਵੱਲੋਂ ਅਪਣਾਇਆ ਗਿਆ ਮਾਇਆਧਾਰੀ ਧਾਰਮਿਕ ਨਫ਼ਰਤੀ ਮਾਡਲ ਜਿੱਥੇ ਲੁਕਾਈ ਦੇ ਦੁੱਖਾਂ ਦਾ ਕਾਰਨ ਹੈ, ਉੱਥੇ ਇਹ ਮਾਡਲ ਘੱਟ ਗਿਣਤੀਆਂ ਵਿਰੁੱਧ ਵੀ ਜ਼ਹਿਰ ਉਗਲ ਰਿਹਾ ਹੈ। ਜਥੇਬੰਦੀਆਂ ਨੇ ਭਾਜਪਾ ਦੇ ਉਮੀਦਵਾਰਾਂ ਸਿੱਖਾਂ ਦੇ ਕਾਤਲ ਬੇਅੰਤ ਸਿੰਘ ਦੇ ਪੋਤਰੇ ਨਵਨੀਤ ਬਿੱਟੂ, ਪਨਾਮਾ ਪੇਪਰ ਵਾਲੀ ਮਹਾਰਾਣੀ ਪ੍ਰਨੀਤ ਕੌਰ, ਕਾਰਪੋਰੇਟ ਘਰਾਣਿਆਂ ਦੇ ਵਕੀਲ ਤਰਨਜੀਤ ਸਿੰਘ ਸੰਧੂ ਅਤੇ ਜਲੰਧਰ ਦੇ ਰਿੰਕੂ ਦਾ ਨਾਮ ਲੈ ਕੇ ਪੰਜਾਬ ਦੇ ਵਸਨੀਕਾਂ ਨੂੰ ਅਪੀਲ ਕੀਤੀ ਹੈ ਕਿ ਇਹਨਾਂ ਨੂੰ ਇਹ ਕੈਟਾਗਰੀ ਦੇ ਪੰਜਾਬ ਦੇ ਦੋਖੀ ਮੰਨ ਕੇ ਅਜਿਹੀ ਲੱਕ ਤੋੜਵੀਂ ਹਾਰ ਦਿੱਤੀ ਜਾਏ ਕਿ ਇਹ ਦੁਬਾਰਾ ਚੋਣ ਲੜਨ ਦੀ ਹਿੰਮਤ ਵੀ ਨਾ ਕਰਨ। ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਪਿੰਡਾਂ ਨੇ ਭਾਜਪਾ ਦੇ ਵਤੀਰੇ ਖਿਲਾਫ ਸਟੈਂਡ ਲੈ ਲਿਆ ਹੈ। ਸਾਂਝਾ ਕਿਸਾਨ ਮੋਰਚਾ ਦੇ ਫੈਸਲੇ ਤੇ ਅਜਿਹੇ ਪੋਸਟਰ ਸਾਹਮਣੇ ਆਏ ਹਨ ਜਿਸ ਵਿੱਚ ਭਗਵਾ ਜਥੇਬੰਦੀਆਂ ਦੇ ਆਗੂਆਂ ਦੇ ਪਿੰਡ ਵਿੱਚ ਵੜਨ ਤੇ ਪਾਬੰਦੀ ਲਾ ਦਿੱਤੀ ਗਈ ਹੈ। ਇਹਨਾਂ ਪੋਸਟਰਾਂ ਵਿੱਚ ਲਿਖਿਆ ਹੈ ਕਿ ਕਿਸਾਨਾਂ ਦਾ ਦਿੱਲੀ ਜਾਣਾ ਬੰਦ ਹੈ, ਭਾਜਪਾ ਦਾ ਪਿੰਡਾਂ ਵਿੱਚ ਆਉਣਾ ਬੰਦ ਹੈ। BKU ਦੇ ਭੁੱਚੋ ਖੁਰਦ ਕਮੇਟੀ ਦੇ ਪ੍ਰਧਾਨ ਸਰਦਾਰ ਰਣਜੀਤ ਸਿੰਘ ਸੰਧੂ ਨੇ ਕਿਹਾ, ਜਦੋਂ ਭਾਜਪਾ ਨੇਤਾ ਚੋਣ ਪ੍ਰਚਾਰ ਲਈ ਆਉਂਦੇ ਹਨ, ਅਸੀਂ ਉਹਨਾਂ ਤੋਂ ਕਿਸਾਨਾਂ ਨਾਲ ਕੀਤੇ ਵਾਅਦਿਆਂ ਬਾਰੇ ਪੁੱਛਾਂਗੇ। ਮੰਗਾਂ ਮੰਨਣ ਦੀ ਬਜਾਏ ਪੁਲਿਸ ਨੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਜ਼ਬਰਦਸਤੀ ਰੋਕ ਦਿੱਤਾ ਅਤੇ ਸੜਕਾਂ ਤੇ ਬੈਰੀਕੇਡ ਲਗਾਏ। ਹੁਣ ਕਿਸਾਨ ਜਥੇਬੰਦੀਆਂ ਨੇ ਭਾਜਪਾ ਆਗੂਆਂ ਦੇ ਪਿੰਡਾਂ ਵਿੱਚ ਆਉਣ ਦਾ ਵਿਰੋਧ ਕਰਨ ਦਾ ਫੈਸਲਾ ਲਿਆ ਹੈ। 2024 ਦੀਆਂ ਲੋਕ ਸਭਾ ਚੋਣਾਂ ਵਿੱਚ 7 ਤਾਮਿਲ ਸਿੱਖਾਂ ਦੇ ਹਿੱਸਾ ਲੈਣ ਦੀ ਖਬਰ ਵੀ ਪੰਜਾਬੀ ਅਖਬਾਰਾਂ ਵਿੱਚ ਛਪੀ। ਇਹ ਸਿੱਖ ਬਹੁਜਨ ਦ੍ਰਵਿੜ ਪਾਰਟੀ BDP ਵੱਲੋਂ ਚੋਣ ਲੜਨਗੇ। ਦਿਲਚਸਪ ਗੱਲ ਇਹ ਹੈ ਕਿ 2021 ਦੇ ਦਿੱਲੀ ਕਿਸਾਨ ਅੰਦੋਲਨ ਤੋਂ ਪ੍ਰੇਰਣਾ ਲੈਂਦੇ ਹੋਏ ਇਸ ਪਾਰਟੀ ਦੇ ਸੰਸਥਾਪਕ ਅਤੇ ਉਮੀਦਵਾਰਾਂ ਨੇ ਸਿੱਖ ਧਰਮ ਅਪਣਾ ਲਿਆ ਸੀ। BDP ਦੇ ਸੰਸਥਾਪਕ ਜੀਵਨ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਉਦੇਸ਼ ਸਿੱਖ ਧਰਮ ਰਾਹੀਂ ਸੱਭਿਆਚਾਰਕ ਪਛਾਣ ਸਥਾਪਿਤ ਕਰਕੇ ਜ਼ਮੀਨੀ ਪੱਧਰ ਤੇ ਸਮਾਜਿਕ ਤਬਦੀਲੀ ਲਿਆਉਣਾ ਹੈ। ਜੀਵਨ ਸਿੰਘ, ਜੋ ਪਹਿਲਾਂ ਬੁੱਧ ਧਰਮ ਦੇ ਪੈਰੋਕਾਰ ਸਨ, ਨੇ ਕਿਹਾ ਕਿ ਸਿਰਫ ਸਿੱਖ ਧਰਮ ਹੀ ਜਾਤ-ਪਾਤ ਰਹਿਤ ਸਮਾਜ ਦੀ ਸਿਰਜਣਾ ਕਰ ਸਕਦਾ ਹੈ। ਉਹਨਾਂ ਕਿਹਾ ਕਿ ਉਹਨਾਂ ਦੀ ਪਾਰਟੀ ਅਨੁਸੂਚਿਤ ਜਾਤੀਆਂ, ਅਨੁਸੂਚਿਤ ਜਨਜਾਤੀਆਂ ਅਤੇ ਸਮਾਜ ਦੇ ਹੋਰ ਪਛੜੇ ਹੋਏ ਵਰਗਾਂ ਅਤੇ ਧਾਰਮਿਕ ਘੱਟ ਗਿਣਤੀਆਂ ਦੇ ਸਸ਼ਕਤੀਕਰਨ ਲਈ ਕੰਮ ਕਰਦੀ ਹੈ। ਬਹੁਜਨ ਦ੍ਰਵਿੜ ਪਾਰਟੀ ਦੀ ਸਥਾਪਨਾ ਤੋਂ ਪਹਿਲਾਂ ਜੀਵਨ ਸਿੰਘ ਲੰਮੇ ਸਮੇਂ ਤੋਂ ਬਹੁਜਨ ਸਮਾਜ ਪਾਰਟੀ ਵਿੱਚ ਸਨ। ਇਸ ਹਫ਼ਤੇ ਪੰਜਾਬ ਸਰਕਾਰ ਨੇ 26 ਮਾਰਕੀਟ ਕਮੇਟੀਆਂ ਦੇ ਅਧੀਨ ਆਉਂਦੀਆਂ ਸੈਂਕੜੇ ਅਨਾਜ ਮੰਡੀਆਂ ਨੂੰ ਬੰਦ ਕਰਕੇ ਪ੍ਰਾਈਵੇਟ ਸਾਈਲੋਜ਼ ਨੂੰ ਸਿੱਧੀ ਕਣਕ ਖਰੀਦਣ ਦੀ ਮਨਜ਼ੂਰੀ ਦੇਣ ਦਾ ਜੋ ਫੈਸਲਾ ਲਿਆ,
ਉਸ ਤੋਂ ਭਗਵੰਤ ਮਾਨ ਸਰਕਾਰ ਦੀ ਨੀਅਤ ਤੇ ਸ਼ੱਕ ਹੋਣਾ ਸੁਭਾਵਕ ਹੈ। ਇਹ ਫੈਸਲਾ ਕੇਂਦਰ ਸਰਕਾਰ ਦੇ 3 ਕਾਲੇ ਕਿਸਾਨੀ ਕਾਨੂੰਨਾਂ ਨਾਲ ਮੇਲ ਖਾਂਦਾ ਹੈ, ਜਿਸ ਵਿੱਚ ਸਰਕਾਰੀ ਮੰਡੀਆਂ ਭੰਗ ਕਰਕੇ ਪ੍ਰਾਈਵੇਟ ਮੰਡੀਆਂ ਦੀ ਗੱਲ ਕਹੀ ਗਈ ਸੀ। ਹਾਲਾਂਕਿ ਕਿਸਾਨ ਜਥੇਬੰਦੀਆਂ ਸਿਆਸੀ ਪਾਰਟੀਆਂ ਦੇ ਵਿਰੋਧ ਕਰਕੇ ਪੰਜਾਬ ਸਰਕਾਰ ਨੂੰ ਇਹ ਫੈਸਲਾ ਫਿਲਹਾਲ ਵਾਪਸ ਲੈਣਾ ਪਿਆ ਹੈ। ਲੇਕਿਨ ਸੱਚ ਇਹ ਹੈ ਕਿ ਆਪ ਸਮੇਤ ਕਾਂਗਰਸ, ਭਾਜਪਾ ਜਾਂ ਬਾਦਲ ਦਲ ਸਾਰੇ ਹੀ ਮੌਕਾ ਪ੍ਰਸਤ ਅਤੇ ਲਾਲਚੀ ਸਿਆਸਤਦਾਨ ਸਿੱਧੇ ਜਾਂ ਸਿੱਧੇ ਰੂਪ ਵਿੱਚ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਲਾਗੂ ਕਰਨਗੇ। ਇਸ ਲਈ ਇਹੀ ਮੌਕਾ ਹੈ ਇਹਨਾਂ ਪਾਰਟੀਆਂ ਨੂੰ ਸਿਰਿਓਂ ਖਾਰਜ ਕਰਕੇ ਸਿਰਫ ਪੰਥ ਪ੍ਰਸਤ ਪੰਜਾਬ ਪੱਖੀ ਪਾਰਟੀਆਂ ਨੂੰ ਹੀ ਵੋਟਾਂ ਪਾਓ। ਹਾਲਾਂਕਿ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਕਿਸਾਨ ਅੱਜ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਡਟੇ ਹੋਏ ਹਨ, ਪਰ ਚੋਣਾਂ ਦੇ ਐਲਾਨ ਨਾਲ ਇੰਨੀਆਂ ਸਰਗਰਮੀਆਂ ਨਹੀਂ ਸਨ ਦਿਸ ਰਹੀਆਂ। ਲੇਕਿਨ ਸਰਕਾਰ ਨੇ ਵਾਟਰ ਕੈਨਨ ਬੁਆਏ ਵਜੋਂ ਮਸ਼ਹੂਰ ਨਵਦੀਪ ਸਿੰਘ ਜਲਬੇੜਾ ਨੂੰ ਵਿਦੇਸ਼ੀ ਫੰਡਿੰਗ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਕਰ ਲਿਆ ਹੈ, ਜਿਸ ਨੇ ਕਿਸਾਨਾਂ ਵਿੱਚ ਰੋਸ ਪੈਦਾ ਕਰ ਦਿੱਤਾ ਹੈ। ਇਸ ਮੁੱਦੇ ਨੂੰ ਲੈ ਕੇ ਕਿਸਾਨ ਯੂਨੀਅਨਾਂ ਵੱਲੋਂ ਰੇਲ ਰੋਕੋ ਅਤੇ ਹੋਰ ਕਈ ਪ੍ਰੋਗਰਾਮ ਦੇ ਕੇ ਸਰਕਾਰ ਨੂੰ ਨਵਦੀਪ ਸਿੰਘ ਨੂੰ ਤੁਰੰਤ ਰਿਹਾ ਕਰਨ ਦੀ ਮੰਗ ਕੀਤੀ ਹੈ। ਉਧਰ ਨਵਦੀਪ ਸਿੰਘ ਦੇ ਪਿਤਾ ਜੈ ਸਿੰਘ ਜਲਬੇੜਾ ਨੇ ਵੀ ਸਟੈਂਡ ਲੈ ਲਿਆ ਹੈ। ਉਹਨਾਂ ਕਿਹਾ ਕਿ ਉਹ ਨਵਦੀਪ ਸਿੰਘ ਦੀ ਜ਼ਮਾਨਤ ਨਹੀਂ ਕਰਾਉਣਗੇ, ਭਾਵੇਂ ਸਾਰੀ ਹੀ ਉਮਰ ਜੇਲ੍ਹ ਵਿੱਚ ਰਹਿਣਾ ਪਵੇ। ਜੇਕਰ ਰਿਹਾ ਕਰਾਉਣਾ ਹੈ ਤਾਂ ਬਿਨਾਂ ਜ਼ਮਾਨਤ ਦੇ ਹੀ ਰਿਹਾ ਕਰਾਉਣਾ ਹੈ। ਸਰਕਾਰ ਨੂੰ ਸੋਚਣਾ ਹੈ ਕਿ ਉਸਨੇ ਕਦ ਤੱਕ ਨਵਦੀਪ ਨੂੰ ਜੇਲ੍ਹ ਵਿੱਚ ਰੱਖਣਾ ਹੈ। ਵਿਦੇਸ਼ੀ ਫੰਡਿੰਗ ਦੇ ਮਸਲੇ ਤੇ ਉਹਨਾਂ ਕਿਹਾ ਕਿ ਨਵਦੀਪ ਸਿੰਘ 40 ਕਿੱਲਿਆਂ ਦਾ ਮਾਲਕ ਹੈ। ਉਹਨਾਂ ਨੂੰ ਨਾ ਤਾਂ ਕਿਸੇ ਤੋਂ ਫੰਡ ਮਿਲਿਆ ਹੈ ਤੇ ਨਾ ਹੀ ਉਹ ਕਿਸੇ ਤੋਂ ਲੈਣਗੇ। ਬੀਤੇ ਦਿਨੀ ਉੱਤਰਾਖੰਡ ਦੇ ਗੁਰਦੁਆਰਾ ਨਾਨਕ ਮੱਤਾ ਸਾਹਿਬ ਦੇ ਕਾਰ ਸੇਵਾ ਡੇਰੇ ਦੇ ਮੁਖੀ ਬਾਬਾ ਤਰਸੇਮ ਸਿੰਘ ਦੇ ਕਤਲ ਦੇ ਸੰਬੰਧ ਵਿੱਚ ਉੱਥੋਂ ਦੀਆਂ ਸੰਗਤਾਂ ਵੱਲੋਂ ਕੀਤੇ ਗਏ ਅਹਿਮ ਖੁਲਾਸੇ ਅਖਬਾਰਾਂ ਵਿੱਚ ਛਪੇ ਹਨ। ਰੋਜ਼ਾਨਾ ਸਪੋਕਸਮੈਨ ਦੀ ਰਿਪੋਰਟ ਮੁਤਾਬਕ ਬਾਬਾ ਤਰਸੇਮ ਸਿੰਘ ਨੇ ਉੱਤਰਾਖੰਡ ਦੇ ਨਵੇਂ ਬਣੇ ਮੁੱਖ ਮੰਤਰੀ ਨੂੰ ਗੁਰਦੁਆਰੇ ਵਿੱਚ ਬੁਲਾਉਣ ਮੌਕੇ ਲੜਕੀਆਂ ਦਾ ਨਾਚ ਕਰਵਾਇਆ। ਸਿੱਖ ਸਿਧਾਂਤ ਅਤੇ ਰਹਿਤ ਮਰਿਆਦਾ ਤੋਂ ਉਲਟ ਹੋਏ ਇਸ ਸਮਾਗਮ ਦਾ ਸੰਗਤਾਂ ਨੇ ਜੰਮ ਕੇ ਵਿਰੋਧ ਕੀਤਾ ਅਤੇ ਸੰਗਤਾਂ ਵੱਲੋਂ ਉਕਤ ਬਾਬੇ ਨੂੰ ਉੱਥੋਂ ਬਦਲਣ ਦੀ ਲੰਮੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ, ਪਰ ਭਾਜਪਾ ਸਰਕਾਰ ਦਾ ਉਸ ਉੱਪਰ ਹੱਥ ਹੋਣ ਕਰਕੇ ਕਿਸੇ ਦੀ ਪੇਸ਼ ਨਹੀਂ ਸੀ ਜਾ ਰਹੀ। ਤਰਾਈ ਇਲਾਕੇ ਦੇ ਸਿੱਖ ਵਿਦਵਾਨ ਤੇ ਸਿੱਖ ਚਿੰਤਕ ਭਾਈ ਹਰਦੀਪ ਸਿੰਘ ਡਿਬਡਿਬਾ ਨੇ ਅਖਬਾਰ ਨੂੰ ਦੱਸਿਆ ਕਿ ਬਾਬਾ ਤਰਸੇਮ ਸਿੰਘ ਪੰਥ ਵਿਰੋਧੀ ਅਜੀਤ ਸਿੰਘ ਪੂਲੇ ਅਤੇ ਨਨਕਾਣਾ ਸਾਹਿਬ ਦੇ ਮਹੰਤਾਂ ਦੀ ਤਰ੍ਹਾਂ ਹੀ ਸਿੱਖ ਵਿਰੋਧੀ ਕਾਰਜਾਂ ਵਿੱਚ ਜੁਟ ਗਿਆ ਸੀ। ਅਖਬਾਰ ਮੁਤਾਬਕ ਉੱਤਰਾਖੰਡ ਦੀਆਂ ਸੰਗਤਾਂ ਨੇ ਉਕਤ ਕਤਲ ਨੂੰ ਜਾਇਜ਼ ਠਹਿਰਾਉਂਦੇ ਹੋਏ ਕਿਹਾ ਹੈ ਕਿ ਪੁਲਿਸ ਨਿਰਦੋਸ਼ਾਂ ਨੂੰ ਤੰਗ ਨਾ ਕਰੇ। ਦੂਜੇ ਪਾਸੇ ਉੱਥੋਂ ਦੇ ਐਸਐਸਪੀ ਮੰਜੂਨਾਥ ਟੀਸੀ ਮੁਤਾਬਕ ਹਮਲਾਵਰਾਂ ਨੂੰ ਕਾਬੂ ਕਰਨ ਲਈ 15 ਟੀਮਾਂ ਦਾ ਗਠਨ ਕੀਤਾ ਗਿਆ ਹੈ। ਪੁਲਿਸ ਨੇ ਰੈੱਡ ਅਲਰਟ ਜਾਰੀ ਕੀਤਾ ਹੋਇਆ ਹੈ। ਪੁਲਿਸ ਮੁਤਾਬਕ ਪੁਲਿਸ ਦੀਆਂ ਵੱਖ-ਵੱਖ ਟੀਮਾਂ ਉਸ ਇਲਾਕੇ ਦੇ ਧਾਰਮਿਕ ਸਥਾਨਾਂ ਦੀ ਸਰਾਵਾਂ ਦੀ ਡੂੰਘਾਈ ਨਾਲ ਤਲਾਸ਼ੀ ਲੈ ਰਹੀਆਂ ਹਨ। ਹੁਣ ਤੱਕ ਪੁਲਿਸ ਨੇ 5 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਸਪੋਕਸਮੈਨ ਦੀ ਖਬਰ ਦੇ ਮੁਤਾਬਕ ਤਰਨਤਾਰਨ ਦੇ ਸਰਬਜੀਤ ਸਿੰਘ ਮੀਆਂ ਵਿੰਡ ਨੇ ਫੇਸਬੁੱਕ ਤੇ ਪੋਸਟ ਪਾ ਕੇ ਇਸ ਕਤਲ ਦੀ ਜ਼ਿੰਮੇਵਾਰੀ ਲੈ ਲਈ ਹੈ। ਇਸ ਸਾਲ ਖਾਲਸਾ ਸਾਜਨਾ ਦਿਵਸ ਦੀ 325ਵੀਂ ਵਰ੍ਹੇਗੰਢ ਦੇ ਮੌਕੇ ਤੇ ਬੈਲਜੀਅਮ ਦੇ ਇਤਿਹਾਸਕ ਸ਼ਹਿਰ ਈਪਰ ਵਿਖੇ ਦੋਨਾਂ ਵਿਸ਼ਵ ਯੁੱਧਾਂ ਵਿੱਚ ਸ਼ਹੀਦ ਸਿੱਖ ਫੌਜੀਆਂ ਦੀ ਯਾਦ ਨੂੰ ਸਮਰਪਿਤ ਇੱਕ ਵਿਸ਼ਾਲ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ। ਇਹ ਸਮਾਗਮ ਈਪਰ ਦੇ ਪ੍ਰਸ਼ਾਸਨ, ਫਲਾਨੰਦਰਨ ਫੀਲਡ ਮਿਊਜ਼ੀਅਮ ਅਤੇ ਸਿੱਖਸ ਔਨ ਵੈਸਟਰਨ ਫਰੰਟ ਵੱਲੋਂ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਖਾਲਸਾ ਏਡ ਦੇ ਮੁੱਖ ਸੇਵਾਦਾਰ ਸਰਦਾਰ ਰਵੀ ਸਿੰਘ ਖਾਲਸਾ, ਸਿੱਖ ਇਤਿਹਾਸਕਾਰ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ, ਈਪਰ ਦੇ ਮੇਅਰ ਅਤੇ ਮੈਂਬਰ ਪਾਰਲੀਮੈਂਟ ਇਮਲੀ ਟਾਲਪੇ ਸਮੇਤ ਕਈ ਹੋਰ ਸ਼ਹਿਰਾਂ ਦੇ ਮੇਅਰ, ਇੰਗਲੈਂਡ ਤੋਂ ਭਾਈ ਦਵਿੰਦਰਜੀਤ ਸਿੰਘ, ਭਾਈ ਕੁਲਦੀਪ ਸਿੰਘ ਚਹੇੜੂ, ਸਰਦੂਲ ਸਿੰਘ ਢੇਸੀ, ਵਿਸ਼ਵ ਯੁੱਧ ਵਿੱਚ ਸਿੱਖ ਫੌਜੀਆਂ ਦੇ ਯੋਗਦਾਨ ਬਾਰੇ ਖੋਜ ਭਰਪੂਰ ਕਿਤਾਬ ਦੇ ਲੇਖਕ ਸਰਦਾਰ ਬਲਵਿੰਦਰ ਸਿੰਘ ਚਾਹਲ, ਇਤਿਹਾਸਕਾਰ ਸਰਦਾਰ ਭੁਪਿੰਦਰ ਸਿੰਘ ਹਾਲੈਂਡ, ਜਰਮਨ, ਫਰਾਂਸ ਅਤੇ ਹਾਲੈਂਡ ਤੋਂ ਸਿੱਖ ਆਗੂ ਅਤੇ ਕਥਾਵਾਚਕ ਭਾਈ ਹਰਪਾਲ ਸਿੰਘ ਫਤਿਹਗੜ੍ਹ ਸਾਹਿਬ ਤੋਂ ਅਤੇ ਸਿੱਖ ਪੰਥ ਦੀਆਂ ਹੋਰ ਵੀ ਮਹਾਨ ਸ਼ਖਸੀਅਤਾਂ ਪਹੁੰਚ ਰਹੀਆਂ ਹਨ। ਜੂਨ 1984 ਦੇ ਫੌਜੀ ਹਮਲੇ ਦੌਰਾਨ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਨਾਲ ਸੰਬੰਧਿਤ ਬੁੰਗਾ ਰਾਮਗੜੀਆ ਦੀਆਂ ਮੀਨਾਰਾਂ ਵੀ ਢਾਹ ਦਿੱਤੀਆਂ ਗਈਆਂ ਸਨ, ਜਿਸ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸਰਦਾਰ ਜੱਸਾ ਸਿੰਘ ਰਾਮਗੜੀਆ ਫੈਡਰੇਸ਼ਨ ਅੰਮ੍ਰਿਤਸਰ ਦੀ ਸਲਾਹ ਨਾਲ
ਪੁਰਾਣੀ ਦਿੱਖ ਮੁਤਾਬਕ 4 ਭਾਗਾਂ ਵਿੱਚ ਸੇਵਾ ਕਰਵਾ ਕੇ ਦੁਬਾਰਾ ਪੁਰਾਤਨ ਦਿੱਖ ਦੇ ਦਿੱਤੀ ਗਈ ਹੈ, ਜੋ ਹੁਣ ਸੰਗਤਾਂ ਦੇ ਲਈ ਖੋਲ੍ਹ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਲਗਭਗ 3 ਸਦੀਆਂ ਦਾ ਇਤਿਹਾਸ ਦੇਖਣ ਵਾਲਾ ਇਹ ਬੁੰਗਾ ਸਿੱਖ ਇਤਿਹਾਸ ਦੇ ਅਹਿਮ ਪਾਤਰ ਸਰਦਾਰ ਜੱਸਾ ਸਿੰਘ ਰਾਮਗੜੀਆ ਵੱਲੋਂ ਬਣਵਾਇਆ ਗਿਆ ਸੀ। ਦਰਬਾਰ ਸਾਹਿਬ ਅਤੇ ਸ਼ਹਿਰ ਦੀਆਂ ਹੱਦਾਂ ਤੇ ਨਿਗਰਾਨੀ ਦੇ ਲਈ ਇਸ ਉੱਪਰ 157 ਮੀਟਰ ਉੱਚੇ 2 ਮੀਨਾਰ ਬਣਵਾਏ ਗਏ ਸਨ। ਇਸ ਬੁੰਗੇ ਵਿੱਚ ਜਾਣ ਲਈ ਰਸਤਾ ਲੰਗਰ ਗੁਰੂ ਰਾਮਦਾਸ ਜੀ ਦੇ ਨਾਲ ਹੈ। ਬੁੰਗੇ ਦੇ ਮੁੱਖ ਦੁਆਰ ਦੇ ਨਾਲ ਹੀ ਬੁੰਗੇ ਦੇ ਹੇਠਾਂ ਜਾਣ ਲਈ ਇੱਕ ਪਾਸੇ ਪੌੜੀਆਂ ਹਨ। 3 ਮੰਜ਼ਲਾ ਬੁੰਗੇ ਵਿੱਚ ਸਰਦਾਰ ਜੱਸਾ ਸਿੰਘ ਰਾਮਗੜੀਆ ਦੇ ਸਿੰਘਾਸਣ ਦਾ ਸਥਾਨ ਦੀਵਾਨੇ ਖਾਸ ਹੈ। ਇਸ ਦੇ ਸਾਹਮਣੇ ਹੈ ਮਾਲਖਾਨਾ ਅਤੇ ਕੈਦੀਆਂ ਲਈ ਕਾਲ ਕੋਠੜੀ ਸਿੰਘਾਸਣ ਦੇ ਥੱਲੇ ਹੈ। ਦੀਵਾਨੇ ਖਾਸ ਦੀ ਛੱਤ ਤੇ 44 ਲਾਲ ਪੱਥਰ ਨਾਲ ਅਲੌਕਿਕ ਨੱਕਾਸ਼ੀ ਕੀਤੀ ਹੋਈ ਹੈ। ਦਰਬਾਰੀਆਂ, ਅਹਿਲਕਾਰਾਂ ਅਤੇ ਜਰਨੈਲਾਂ ਦੇ ਬੈਠਣ ਲਈ ਇੱਕ ਵੱਡਾ ਦੀਵਾਨ ਹਾਲ ਹੈ, ਜਿਸ ਦੇ ਇੱਕ ਪਾਸੇ ਖੂਹ ਹੈ। ਹਵਾ ਅਤੇ ਰੌਸ਼ਨੀ ਦਾ ਵੀ ਖਾਸ ਖਿਆਲ ਰੱਖਿਆ ਗਿਆ ਹੈ। ਇੱਥੇ 5 ਕਮਰੇ ਹਨ। ਬਾਹਰ ਆਉਣ ਲਈ ਵੱਖਰਾ ਰਸਤਾ ਹੈ ਅਤੇ ਇੱਕ ਰਸਤਾ ਮੁਸ਼ਕਲ ਵੇਲੇ ਇਸਤੇਮਾਲ ਦਾ ਵੀ ਹੈ। ਬੁੰਗੇ ਵਿੱਚ ਸਿੰਘਾਸਣ ਦੀ ਉਚਾਈ ਸ੍ਰੀ ਦਰਬਾਰ ਸਾਹਿਬ ਤੋਂ ਕਾਫੀ ਨੀਵੀਂ ਹੈ। ਇਹ ਬੁੰਗਾ ਸਿੱਖ ਨਿਰਮਾਣ ਕਲਾ ਦੀ ਇੱਕ ਅਦਭੁਤ ਮਿਸਾਲ ਹੈ, ਜੋ ਪੁਰਾਤਨ ਸਿੰਘਾਂ ਦਾ ਗੁਰੂ ਘਰ ਅਤੇ ਗੁਰੂ ਪ੍ਰਤੀ ਪ੍ਰੇਮ ਅਤੇ ਸਮਰਪਣ ਦੀ ਭਾਵਨਾ ਦੀ ਯਾਦ ਤਾਜ਼ਾ ਕਰਦਾ ਹੈ। ਭਾਸ਼ਾ ਵਿਭਾਗ ਵੱਲੋਂ ਲਏ ਗਏ ਪੰਜਾਬੀ ਦੇ ਪੇਪਰ ਵਿੱਚ 69 ਉਮੀਦਵਾਰਾਂ ਵਿੱਚੋਂ ਸਿਰਫ 7 ਪਾਸ ਹੋਏ ਹਨ, ਜਦਕਿ 62 ਫੇਲ ਹੋ ਗਏ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਵਿੱਚ ਨੌਕਰੀ ਦੇ ਚਾਹਵਾਨ ਉਮੀਦਵਾਰ ਪੰਜਾਬੀ ਪ੍ਰਤੀ ਕਿੰਨੇ ਗੰਭੀਰ ਹਨ। ਨਿਯਮ ਅਨੁਸਾਰ ਪੰਜਾਬ ਵਿੱਚ ਨੌਕਰੀ ਕਰਨ ਲਈ ਪੰਜਾਬੀ ਦਾ ਪੇਪਰ ਪਾਸ ਕਰਨਾ ਹੁੰਦਾ ਹੈ। ਇਸ ਤਹਿਤ ਭਾਸ਼ਾ ਵਿਭਾਗ ਪੰਜਾਬ ਵੱਲੋਂ ਇਹ ਪੇਪਰ ਲਿਆ ਜਾਂਦਾ ਹੈ। ਭਾਸ਼ਾ ਵਿਭਾਗ ਦੇ ਡਿਪਟੀ ਡਾਇਰੈਕਟਰ ਸਤਨਾਮ ਸਿੰਘ ਨੇ ਦੱਸਿਆ ਕਿ ਪਹਿਲਾਂ 2 ਪੇਪਰਾਂ ਵਿੱਚ ਇਹ ਹੁੰਦਾ ਸੀ ਕਿ ਦੋਹਾਂ 'ਚੋਂ ਰਲਾ ਕੇ 50 ਨੰਬਰ ਲੈਣੇ ਹੁੰਦੇ ਸਨ, ਜਿਸ ਤਹਿਤ ਇੱਕ ਪੇਪਰ ਵਿੱਚ ਭਾਵੇਂ ਕੋਈ 7 ਨੰਬਰ ਲੈ ਲਵੇ ਤੇ ਦੂਜੇ ਵਿੱਚ 43, ਇਹ ਦੋਵੇਂ ਮਿਲਾ ਕੇ ਉਹ ਪਾਸ ਗਿਣਿਆ ਜਾਂਦਾ ਸੀ। ਲੇਕਿਨ ਹੁਣ 75 ਨੰਬਰਾਂ ਦੇ ਦੋਵੇਂ ਪੇਪਰਾਂ ਵਿੱਚ ਘੱਟੋ ਘੱਟ 25 ਨੰਬਰ ਲੈਣੇ ਲਾਜ਼ਮੀ ਹਨ, ਤਾਂ ਹੀ ਪਾਸ ਮੰਨਿਆ ਜਾਵੇਗਾ। ਇਸ ਕਰਕੇ ਪਿਛਲੇ 2 ਸਾਲਾਂ ਤੋਂ ਜ਼ਿਆਦਾ ਉਮੀਦਵਾਰ ਫੇਲ ਹੋ ਰਹੇ ਹਨ। ਬੇਅੰਤ ਸਿੰਘ ਕਤਲ ਕਾਂਡ ਵਿੱਚ 28 ਸਾਲ ਤਿਹਾੜ ਜੇਲ੍ਹ ਵਿੱਚ ਬੰਦ ਰਹਿਣ ਵਾਲੇ ਸਰਦਾਰ ਗੁਰਮੀਤ ਸਿੰਘ ਇੰਜੀਨੀਅਰ ਨੂੰ ਬੀਤੇ ਸਾਲ ਜੂਨ ਵਿੱਚ ਅਦਾਲਤ ਨੇ ਪੱਕੀ ਜ਼ਮਾਨਤ ਦੇ ਕੇ ਰਿਹਾ ਕਰ ਦਿੱਤਾ ਸੀ, ਲੇਕਿਨ ਗਵਰਨਰ ਪੰਜਾਬ ਨੇ ਉਸ ਦੀ ਇਸ ਜ਼ਮਾਨਤ ਨੂੰ ਰੱਦ ਕਰਕੇ ਦੁਬਾਰਾ ਜੇਲ੍ਹ ਭੇਜ ਦਿੱਤਾ ਹੈ। ਇਸ ਦਾ ਪੰਥਕ ਹਲਕਿਆਂ ਵਿੱਚ ਕਾਫੀ ਵਿਰੋਧ ਹੋਇਆ ਅਤੇ ਕੌਮੀ ਇਨਸਾਫ ਮੋਰਚੇ ਨੇ ਗਵਰਨਰ ਹਾਊਸ ਦਾ ਘਿਰਾਓ ਕਰਨ ਦਾ ਐਲਾਨ ਕਰ ਦਿੱਤਾ, ਜਿਸ ਕਰਕੇ ਚੰਡੀਗੜ੍ਹ ਪ੍ਰਸ਼ਾਸਨ ਨੇ ਕੌਮੀ ਇਨਸਾਫ ਮੋਰਚੇ ਨਾਲ ਇੱਕ ਮੀਟਿੰਗ ਸੱਦੀ ਅਤੇ ਇਸ ਮੀਟਿੰਗ ਵਿੱਚ ਭਰੋਸਾ ਦਿੱਤਾ ਕਿ ਸਰਕਾਰ ਛੇਤੀ ਹੀ ਸਮੂਹ ਸਿੰਘਾਂ ਨੂੰ ਰਿਹਾ ਕਰ ਦੇਵੇਗੀ। ਮੀਟਿੰਗ ਵਿੱਚ ਸਲਾਹਕਾਰ ਚੰਡੀਗੜ੍ਹ, ਡੀਜੀਪੀ ਚੰਡੀਗੜ੍ਹ ਹਾਜ਼ਰ ਸਨ ਅਤੇ ਮੋਰਚੇ ਵੱਲੋਂ ਕਨਵੀਨਰ ਪਾਲ ਸਿੰਘ ਫਰਾਂਸ, ਅਮਰ ਸਿੰਘ ਚਾਹਲ ਵਕੀਲ, ਦਿਲਸ਼ੇਰ ਸਿੰਘ ਵਕੀਲ, ਭਾਈ ਜਸਵਿੰਦਰ ਸਿੰਘ ਰਾਜਪੁਰਾ ਅਤੇ ਜਥੇਦਾਰ ਰਾਜਾ ਰਾਜ ਸਿੰਘ ਸ਼ਾਮਲ ਸਨ। ਹਾਲਾਂਕਿ ਮੀਟਿੰਗ ਵਿੱਚ ਕੀਤੇ ਵਾਅਦੇ ਮਗਰੋਂ ਮੋਰਚੇ ਨੇ ਗਵਰਨਰ ਹਾਊਸ ਘੇਰਨ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਹੈ, ਲੇਕਿਨ ਦੇਖਣਾ ਹੈ ਕਿ ਸਰਕਾਰ ਦਾ ਇਹ ਵਾਅਦਾ ਚੋਣਾਂ ਦਾ ਜੁਮਲਾ ਬਣੇਗਾ ਜਾਂ ਸਰਕਾਰ ਵਾਕਈ ਸੰਜੀਦਾ ਹੈ। ਜੋ ਵੀ ਹੈ, ਭਾਈ ਜਸਵਿੰਦਰ ਸਿੰਘ ਰਾਜਪੁਰਾ ਨੇ ਕਿਹਾ ਹੈ ਕਿ ਜੇਕਰ ਬੰਦੀ ਸਿੰਘਾਂ ਦੀਆਂ ਰਿਹਾਈਆਂ ਜਲਦੀ ਨਾ ਹੋਈਆਂ ਤਾਂ ਬੀਜੇਪੀ ਦੇ ਖਿਲਾਫ ਮੋਰਚੇ ਵੱਲੋਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਵੱਡਾ ਪ੍ਰੋਗਰਾਮ ਉਲੀਕਿਆ ਜਾਵੇਗਾ। ਤਰਨਾ ਦਲ ਦੇ ਮੁਖੀ ਜਥੇਦਾਰ ਰਾਜਾ ਰਾਜ ਸਿੰਘ ਅਤੇ ਭਾਈ ਬਲਵਿੰਦਰ ਸਿੰਘ ਨੇ ਕਿਹਾ ਕਿ ਜਲਦ ਹੀ ਇੱਕ ਵੱਡੀ ਲਹਿਰ ਖੜੀ ਕੀਤੀ ਜਾਵੇਗੀ। ਗੁਰੂ ਦੀਆਂ ਲਾਡਲੀਆਂ ਫੌਜਾਂ ਉਦੋਂ ਤੱਕ ਮੋਰਚੇ ਡਟੀਆਂ ਰਹਿਣਗੀਆਂ ਜਦੋਂ ਤੱਕ ਮੋਰਚੇ ਦੇ ਟੀਚੇ ਹਾਸਲ ਨਹੀਂ ਕਰ ਲਏ ਜਾਂਦੇ। ਜ਼ਿਕਰਯੋਗ ਹੈ ਕਿ ਪਿਛਲੇ ਸਾਲ 7 ਜਨਵਰੀ 2023 ਤੋਂ ਹੀ ਲਗਾਤਾਰ ਮੁਹਾਲੀ ਚੰਡੀਗੜ੍ਹ ਦੀ ਸਰਹੱਦ ਤੇ ਭਾਰਤੀ ਸਟੇਟ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿਆਸੀ ਬੰਦੀ ਸਿੰਘਾਂ ਦੀ ਰਿਹਾਈ, ਸਾਹਿਬ ਸ੍ਰੀ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ, ਲਾਪਤਾ 328 ਸਰੂਪਾਂ ਦਾ ਇਨਸਾਫ ਲੈਣ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੇ ਲਈ ਇਹ ਮੋਰਚਾ ਚੱਲ ਰਿਹਾ ਹੈ। ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਜੰਮੂ ਦੇ 12ਵੀਂ ਜਮਾਤ ਦੇ ਇੱਕ ਸਿੱਖ ਲੜਕੇ ਕਾਕਾ ਓਂਕਾਰ ਸਿੰਘ ਨੂੰ ਨਾਸਾ ਅਤੇ ਇਸਰੋ ਵੱਲੋਂ ਨੌਕਰੀ ਦੀ ਪੇਸ਼ਕਸ਼ ਆਈ ਹੈ। ਓਂਕਾਰ ਸਿੰਘ ਆਪਣੀ ਕਾਬਲੀਅਤ ਅਤੇ ਖੋਜਾਂ ਕਰਕੇ ਪਹਿਲਾਂ ਹੀ
ਭਾਰਤ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਤੋਂ ਅਵਾਰਡ ਲੈ ਚੁੱਕਿਆ ਹੈ। 2023 ਵਿੱਚ ਉਸਨੇ ਨੈਨੋਟੈਕ ਸੈਟੇਲਾਈਟ ਬਣਾਇਆ। 2020 ਵਿੱਚ ਉਸ ਨੂੰ ਰਾਸ਼ਟਰਪਤੀ ਵੱਲੋਂ ਸੁਹਿਰਦ ਲੇਖਕ ਦਾ ਅਵਾਰਡ ਮਿਲਿਆ ਜਦ ਉਸਨੇ ਛੋਟੀ ਉਮਰ ਵਿੱਚ ਹੀ ਇੱਕ ਬਿਹਤਰੀਨ ਪੁਸਤਕ ਲਿਖ ਦਿੱਤੀ। ਸਭ ਤੋਂ ਛੋਟੀ ਉਮਰ ਦਾ ਸਾਇੰਟਿਸਟ ਦਾ ਅਵਾਰਡ ਵੀ ਉਸ ਨੂੰ ਉਸ ਸਮੇਂ ਮਿਲਿਆ ਸੀ ਜਦ ਉਸਨੇ 7 ਸਾਲ ਦੀ ਉਮਰ ਵਿੱਚ ਹੀ ਵੈਬਸਾਈਟ ਤਿਆਰ ਕਰ ਦਿੱਤੀ ਸੀ। ਨਾਸਾ ਅਤੇ ਇਸਰੋ ਤੋਂ ਨੌਕਰੀ ਦੀ ਆਈ ਪੇਸ਼ਕਸ਼ ਨੂੰ ਲੈ ਕੇ ਉਸਦੇ ਮਾਪਿਆਂ ਨੇ ਹਲੇ ਨੌਕਰੀ ਦੀ ਬਜਾਏ ਓਂਕਾਰ ਸਿੰਘ ਨੂੰ ਹੋਰ ਪੜ੍ਹਾਉਣ ਦਾ ਫੈਸਲਾ ਕੀਤਾ ਹੈ। ਯੂਕੇ ਦੀ ਓਏਸਿਸ ਕਮਿਊਨਿਟੀ ਲਰਨਿੰਗ ਇੱਕ ਵਿਦਿਅਕ ਸੰਸਥਾ ਹੈ। ਉਸਨੇ ਆਪਣੇ ਸਕੂਲ ਦੀ ਪਾਠ ਪੁਸਤਕ ਵਿੱਚ ਸਿੱਖਾਂ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਹੈ। ਖਾਸ ਤੌਰ ਤੇ ਸਿੱਖ ਯੂਥ ਯੂਕੇ ਨੂੰ ਕੱਟੜਪੰਥੀ ਸੰਸਥਾ ਵਜੋਂ ਲਿਖਿਆ ਹੈ। ਉਹਨਾਂ ਪ੍ਰਤੀ ਭੜਕਾਊ ਚਿੱਤਰਣ ਵੀ ਕੀਤਾ ਹੈ। ਇਸ ਤੇ ਕਈ ਸਿੱਖ ਜਥੇਬੰਦੀਆਂ ਨੇ ਇਤਰਾਜ਼ ਉਠਾਇਆ ਹੈ। ਖਾਸ ਤੌਰ ਤੇ ਯੂਨਾਈਟਿਡ ਸਿੱਖਸ ਨੇ ਕਾਨੂੰਨੀ ਨੋਟਿਸ ਵੀ ਕੱਢਿਆ ਸੀ। ਇਸ ਦੇ ਜਵਾਬ ਵਿੱਚ ਓਏਸਿਸ ਕਮਿਊਨਿਟੀ ਲਰਨਿੰਗ ਨੇ ਮੁਆਫੀ ਮੰਗੀ ਹੈ, ਲੇਕਿਨ ਇਸ ਮਾਫੀ ਨੂੰ ਯੂਨਾਈਟਿਡ ਸਿੱਖ ਨੇ ਰੱਦ ਕਰ ਦਿੱਤਾ ਹੈ। ਯੂਨਾਈਟਿਡ ਸਿੱਖ ਦੀ ਕਾਨੂੰਨੀ ਨਿਰਦੇਸ਼ਕ ਮਹਿੰਦਰਪਾਲ ਕੌਰ ਨੇ ਕਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਯੋਗ ਮੁਆਫੀ ਨਾਕਾਫੀ ਹੈ ਕਿਉਂਕਿ ਕਿਤਾਬ ਦੇ ਵਿੱਚ ਛਪੀ ਸਮੱਗਰੀ ਅਣਉਚਿਤ, ਨੁਕਸਾਨਦੇਹ ਅਤੇ ਅਪਰਾਧਜਨਕ ਹੈ ਅਤੇ ਮਜ਼ਬੂਤ ਅਤੇ ਭਾਈਚਾਰਿਆਂ ਦੇ ਸੌਹਾਰਦ ਦੇ ਨਿਰਮਾਣ ਦੇ ਉਦੇਸ਼ ਦੇ ਵੀ ਵਿਰੁੱਧ ਹੈ। ਇਸ ਦੀ ਗੰਭੀਰ ਪ੍ਰਤੀਕਿਰਿਆ ਅਤੇ ਸਿੱਖ ਭਾਈਚਾਰੇ ਤੇ ਇਸ ਦੇ ਪ੍ਰਭਾਵ ਨੂੰ ਦੇਖਦੇ ਹੋਏ ਅਣਰੱਖਿਅਤ ਜਨਤਕ ਮੁਆਫੀ ਦੀ ਲੋੜ ਹੈ। ਪਿਛਲੇ ਦਿਨੀ ਮੀਡੀਆ 'ਚ ਖਬਰ ਚੱਲੀ ਸੀ ਕਿ ਬਰਤਾਨੀਆ ਸਰਕਾਰ ਨੇ ਖਾਲਿਸਤਾਨੀ ਕਾਰਕੁਨਾਂ ਦੇ 100 ਕਰੋੜ ਦੇ ਖਾਤੇ ਜ਼ਬਤ ਕਰ ਲਏ ਹਨ ਅਤੇ 5000 ਬੈਂਕ ਖਾਤਿਆਂ ਤੇ ਨਜ਼ਰ ਰੱਖੀ ਜਾ ਰਹੀ ਹੈ। ਇਸੇ ਵਿੱਚ 20 ਕਰੋੜ ਸਿੱਖ ਫਾਰ ਜਸਟਿਸ ਦੇ ਵੀ ਜ਼ਬਤ ਕੀਤੇ ਗਏ ਹਨ। ਇਹ ਵੀ ਦਾਅਵਾ ਸੀ। ਇਸ ਮਾਮਲੇ ਨੂੰ ਲੈ ਕੇ ਬਰਤਾਨਵੀ ਸਰਕਾਰ ਨੇ ਸਪਸ਼ਟੀਕਰਨ ਦਿੱਤਾ ਹੈ ਕਿ ਕਿਸੇ ਵੀ ਖਾਲਿਸਤਾਨੀ ਸਮਰਥਕ ਦਾ ਕੋਈ ਵੀ ਬੈਂਕ ਖਾਤਾ ਜ਼ਬਤ ਨਹੀਂ ਕੀਤਾ ਗਿਆ। ਬੈਂਕ ਖਾਤੇ ਜ਼ਬਤ ਕਰਨ ਵਾਲੀਆਂ ਇਹ ਖਬਰਾਂ ਗੁੰਮਰਾਹ ਕਰਨ ਵਾਲੀਆਂ ਹਨ। ਇੱਕ ਹੋਰ ਖਬਰ ਵਿੱਚ ਸੁਨਕ ਸਰਕਾਰ ਵੱਲੋਂ ਖਾਲਿਸਤਾਨੀਆਂ ਦਾ ਨੈਟਵਰਕ ਤੋੜਨ ਲਈ ਟਾਸਕ ਫੋਰਸ ਬਣਾਏ ਜਾਣ ਦਾ ਵੀ ਦਾਅਵਾ ਕੀਤਾ ਗਿਆ ਸੀ। ਟਾਈਮਜ਼ ਅਖਬਾਰ ਨੇ ਬ੍ਰਿਟੇਨ ਦੇ ਗ੍ਰਹਿ ਵਿਭਾਗ ਦੇ ਹਵਾਲੇ ਨਾਲ ਉਕਤ ਖਬਰਾਂ ਦਾ ਵੀ ਖੰਡਨ ਕੀਤਾ ਹੈ। ਯੂਕੇ ਸਰਕਾਰ ਦੇ ਗ੍ਰਹਿ ਵਿਭਾਗ ਦੇ ਇੱਕ ਅਧਿਕਾਰੀ ਨੇ ਤਾਂ ਇੱਥੋਂ ਤੱਕ ਸਪਸ਼ਟ ਕੀਤਾ ਹੈ ਕਿ ਬਰਤਾਨੀਆ ਸਰਕਾਰ ਨੂੰ ਆਪਣੇ ਭਾਈਚਾਰਿਆਂ 'ਤੇ ਮਾਣ ਹੈ। ਬਰਤਾਨਵੀ ਸਿੱਖ ਸਾਡੇ ਸਮਾਜ ਦੀ ਮਜ਼ਬੂਤੀ ਲਈ ਵੱਡਾ ਯੋਗਦਾਨ ਪਾਉਂਦੇ ਹਨ। ਯੂਕੇ ਵਿੱਚ ਕੱਟੜ ਪੰਥ ਦਾ ਕੋਈ ਵੀ ਰੂਪ ਸਵੀਕਾਰ ਨਹੀਂ ਹੈ। ਕੈਲੀਫੋਰਨੀਆ ਸਟੇਟ ਦੀ ਰਾਜਧਾਨੀ ਸੈਕਰਾਮੈਂਟੋ ਵਿਖੇ ਸੁਤੰਤਰ ਸਿੱਖ ਰਾਜ ਲਈ ਨਾਨ ਬਾਈਂਡਿੰਗ ਰੈਫਰੈਂਡਮ ਕਰਵਾਇਆ ਗਿਆ। ਰੈਫਰੈਂਡਮ ਦੀਆਂ ਅਗਲੀਆਂ ਚੋਣਾਂ ਕੈਨੇਡਾ ਦੇ ਕੈਲਗਰੀ ਵਿੱਚ 28 ਜੁਲਾਈ 2024 ਨੂੰ ਪੈਣਗੀਆਂ। ਰੈਫਰੈਂਡਮ ਸਿੱਖ ਫਾਰ ਜਸਟਿਸ ਵੱਲੋਂ ਕਰਵਾਇਆ ਜਾ ਰਿਹਾ ਹੈ। ਭਾਰਤ ਸਰਕਾਰ ਨੇ ਇਸ ਸੰਸਥਾ ਨੂੰ ਗੈਰ ਕਾਨੂੰਨੀ ਐਲਾਨਿਆ ਹੋਇਆ ਹੈ। ਹੁਣ ਆਉਂਦੇ ਹਾਂ ਤਫਸਰੇ ਵਿੱਚ ਐਤਕੀ 3 ਮੁੱਦੇ ਲੈ ਰਿਹਾ ਹਾਂ। ਪਹਿਲਾ ਹੈ ਬੀਜੇਪੀ ਦਾ ਜੋਰੀ ਮੰਗੇ ਦਾਨਵੇ ਲਾਲੋ ਵਾਲਾ ਹਨੇਰ ਕਾਲ। ਦੂਜਾ ਅਮਰੀਕੀ ਰਾਜਦੂਤ ਇਰਿਕ ਗਾਰਸੇਟੀ ਦਾ ANI ਦੀ ਐਡੀਟਰ ਸਮਿਤਾ ਪ੍ਰਕਾਸ਼ ਨੂੰ ਮੁੱਖ ਤੋੜਵਾਂ ਜਵਾਬ। ਅਤੇ ਤੀਜਾ ਹੈ ਉਹਨਾਂ ਪਾਰਟੀਆਂ ਅਤੇ ਵਿਅਕਤੀਆਂ ਨੂੰ ਵੋਟਾਂ ਪਾ ਕੇ ਆਪਣੀਆਂ ਵੋਟਾਂ ਕਿਉਂ ਖਰਾਬ ਕਰਨੀਆਂ ਜੋ ਪੰਜਾਬ ਦੇ ਸਵੈਮਾਣ ਅਤੇ ਨਿਆਂ ਦੀ ਗੱਲ ਦੇ ਮੁੱਦੇ ਨੂੰ ਦੇਸ਼ ਧਰੋਹ ਸਮਝਦੀਆਂ ਹਨ। ਈਡੀ ਵਰਤ ਕੇ ਇਲੈਕਟੋਰਲ ਬਾਂਡ ਰਾਹੀਂ ਮੋਟੀ ਉਗਰਾਹੀ ਕਰਨ ਵਾਲੀ ਭਾਜਪਾ ਜੋਰੀ ਮੰਗੇ ਦਾਨਵੇ ਲਾਲੋ ਮਨੂਵਾਦੀ ਸੋਚ ਦੀ ਘਿਨੌਣੀ ਉਦਾਹਰਣ ਹੈ। ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਜੇਲ੍ਹਾਂ ਵਿੱਚ ਡੱਕ ਕੇ ਡਰਾ ਧਮਕਾ ਕੇ ਸੱਤਾ ਹਥਿਆਉਣ ਦੀਆਂ ਚਾਲਾਂ ਅਤੇ ਹਰ ਰੋਜ਼ ਬੋਲੇ ਜਾ ਰਹੇ ਝੂਠ ਅਤੇ ਜੁਮਲਿਆਂ ਨੇ ਰਾਜੇ ਸਿੰਘ ਮੁਕੱਦਮ ਕੁੱਤੇ ਦੇ ਅਸਲ ਚਰਿੱਤਰ ਨੂੰ ਨੰਗਾ ਕੀਤਾ ਹੈ। ਕਈ ਜੋ ਇਸ ਨੂੰ ਭਾਰਤ ਦਾ ਅੰਮ੍ਰਿਤਕਾਲ ਕਹਿ ਰਹੇ ਹਨ, ਗੁਰੂ ਨਾਨਕ ਦੀਆਂ ਨਜ਼ਰਾਂ ਵਿੱਚ ਹਕੀਕਤ ਵਿੱਚ ਇਹ ਸਰਮ ਧਰਮ ਦੋਏ ਛਪ ਖਲੋਏ ਕੂੜ ਫਿਰੈ ਪ੍ਰਧਾਨ ਵੇ ਲਾਲੋ ਵਾਲਾ ਹਨੇਰ ਕਾਲ ਹੈ। ਸਿੱਖ ਕਦੇ ਵੀ ਅਜਿਹੇ ਨਿਜ਼ਾਮ ਦਾ ਸਾਥ ਨਹੀਂ ਦੇ ਸਕਦੇ। ਇੰਡੀਅਨ ਐਕਸਪ੍ਰੈਸ ਨੇ ਵੀ ਇੱਕ ਖੋਜ ਖਬਰ ਛਾਪੀ ਹੈ ਜਿਸ ਮੁਤਾਬਕ 2014 ਤੋਂ ਲੈ ਕੇ ਹੁਣ ਤੱਕ ਭ੍ਰਸ਼ਟਾਚਾਰ ਦੇ ਆਰੋਪਾਂ ਵਿੱਚ ਫਸੇ 25 ਦਿੱਗਜ ਵਿਰੋਧੀ ਲੀਡਰ ਭਾਜਪਾ ਵਿੱਚ ਸ਼ਾਮਲ ਹੋਏ, ਜਿਨ੍ਹਾਂ ਵਿੱਚੋਂ 23 ਨੂੰ ਰਾਹਤ ਮਿਲ ਗਈ। 3 ਦੇ ਕੇਸ ਤਾਂ ਬਿਲਕੁਲ ਹੀ ਬੰਦ ਹੋ ਗਏ, ਬਾਕੀ 20 ਨੂੰ ਠੰਡੇ ਬਸਤੇ ਵਿੱਚ ਪਾ ਦਿੱਤਾ ਗਿਆ। ਡਰ ਦੇ ਮਾਰੇ ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਲੀਡਰਾਂ 'ਚੋਂ 10 ਕਾਂਗਰਸ ਦੇ, NCP ਅਤੇ ਸ਼ਿਵ ਸੈਨਾ ਦਾ 1-1,
ਤ੍ਰਿਣਮੂਲ ਕਾਂਗਰਸ ਦੇ 2 ਅਤੇ ਸਮਾਜਵਾਦੀ ਪਾਰਟੀ ਅਤੇ YSRCP ਦਾ ਇੱਕ ਸ਼ਾਮਿਲ ਹੈ। ਅਖਬਾਰ ਨੇ ਇਹਨਾਂ ਸਾਰੇ ਲੀਡਰਾਂ ਬਾਰੇ ਪੂਰੀ ਡਿਟੇਲ ਛਾਪੀ ਹੈ ਕਿ ਜੋ ਕੱਲ ਤੱਕ ਭ੍ਰਸ਼ਟਾਚਾਰੀ ਸਨ ਪਰ ਭਾਜਪਾ ਦੀ ਵਾਸ਼ਿੰਗ ਮਸ਼ੀਨ ਵਿੱਚ ਪੈ ਕੇ ਸਾਫ਼ ਸੁਥਰੇ ਬਣ ਗਏ। Everything that trade issues and Indian students going, several issues where we are cooperating. But then the Khalistan issue is something which is so emotive. And it seems to us Indians that the Americans are tone deaf to understand that we have gone through hell in the 1980s. And if on Khalistan we cannot come on the same page, it's extremely hard. If you remember, I don't know if you can recall going back right to the 80s when Rajiv Gandhi as Prime Minister had gone to DC, and there he was accosted by a separatist, a Khalistani. And at that time, Rajiv Gandhi as Prime Minister, and I'm talking about 35 years ago, where he turned around and he said that if there is a Khalistan, it's in your country. It's not here. So since then, India has been through fire on the Khalistan issue, and it seems like we are back to the same page where we just don't trust the Americans on the Khalistan issue. Why are Americans tone deaf to that? Well, I would, again, reframe it. I don't think that we are at all. Many of us know that history, have dear, close friends who had members of their family killed, who witnessed barbarity in the streets of this city right here in response, an assassination of a prime minister, people being killed because of their religion and their heads on sticks. We know that history. And I talked to an Indian friend who said, look, don't try to be rational with us and don't try to be caring with us. It's this, and he pointed to the backside of his brain. He's like, it's this piece, the traumatized brain, that whenever you talk to an Indian about this issue that is speaking. ਇਸ ਵੀਡੀਓ ਵਿੱਚ ਤੁਸੀਂ ਦੇਖਿਆ ANI ਦੀ ਐਡੀਟਰ ਸਮਿਤਾ ਪ੍ਰਕਾਸ਼ ਦੇ ਸਵਾਲ ਵਿੱਚ ਭਾਰਤ ਵਿੱਚ ਅਮਰੀਕੀ ਇਨਵੋਏ एरिक गारसेटी का जवाब। तुसी सुनिया की कहा एरिक गारसेटी ने? इसके मायने बहुत गहरे हैं। भारत का मीडिया की नैरेटिव बना रहा है और सिखां के मसले नूं अमरीका किवें देख रहा है, इस तो यह साबित होंदा। तुसी एक बार फिर देखो, सुनो स्मिता प्रकाश के सवाल नूं। ਉਹ ਕਿਵੇਂ ਕਨਵਿੰਸ ਕਰਨ ਤੇ ਲੱਗੀ ਹੋਈ ਹੈ। ਸਿੱਧੇ ਸਵਾਲ ਦੀ ਥਾਂ ਤੇ ਪਿੱਠ ਭੂਮੀ ਬਣਾ ਕੇ ਗੱਲਾਂ ਦਾ ਜਾਲ ਬੁਣ ਰਹੀ ਹੈ ਕਿ ਸਾਹਮਣੇ ਵਾਲਾ ਉਸੇ ਦੀ ਬੋਲੀ ਬੋਲੇ। लेकिन एरिक ने पलट के जो जवाब दिता कि स्मिता प्रकाश की बोलती बंद हो गई। सिखां दियां हक्की मंगां नूं खालिस्तानी हैल अर्थात नरक कहण वाली नूं एरिक ने दस दिता कि नरक तां 1984 विच इसे दिल्ली दियां सड़कां ते सिखां दे सिरां नूं नेज़ियां ते टंग के बनाया गया सी। जिन्हां दे अपने मारे गए सन उन्हां दी मानसिकता विच अज भी वह ट्रामा मौजूद है। ਇਹ ਪੰਜਾਬ ਦੀ ਬਦਕਿਸਮਤੀ ਹੈ ਕਿ 1947 ਤੋਂ ਲੈ ਕੇ ਹੁਣ ਤੱਕ ਪੰਜਾਬ ਜਿਨ੍ਹਾਂ ਨੂੰ ਵੀ ਚੁਣ ਕੇ ਲੋਕ ਸਭਾ ਵਿੱਚ ਭੇਜਦਾ ਰਿਹਾ ਹੈ ਜਾਂ ਜਿਨ੍ਹਾਂ ਨੂੰ ਚੁਣ ਕੇ ਇਸ ਦੇ ਸੂਬੇ ਦੀ ਬਾਗਡੋਰ ਫੜਾਉਂਦਾ ਰਿਹਾ ਹੈ, ਉਹੀ ਪੰਜਾਬ ਨਾਲ ਬੇਵਫਾਈ ਕਰਦੇ ਰਹੇ ਹਨ। ਕਾਰਨ ਤਾਂ ਬਹੁਤ ਹਨ, ਪਰ ਜੋ ਅਹਿਮ ਹੈ ਉਹ ਇਹ ਕਿ ਦਿੱਲੀ ਦੀ ਹਕੂਮਤ ਪੰਜਾਬ ਦੀ ਭਲਾਈ ਵਾਲੇ ਮੁੱਦਿਆਂ ਨੂੰ ਖਾਲਿਸਤਾਨ ਨਾਲ ਜੋੜ ਕੇ ਦੇਖਦੀ ਹੈ। पंजाबी खास तौर पर सिख जिन्नी मर्जी सफाइयां देंदे फिरन, हिंदुस्तान के हुक्मरानां लई सिख मतलब खालिस्तानी ही है। सिख भले ही हुण तक अपने सियासी निशाने प्रति एक मत ना होण, दुविधा विच रही जाण, पर भारतीय हुकूमत नूं कोई दुविधा नहीं, कोई शक नहीं। वो पंजाब हित दी किसी भी मंग नूं खालिस्तान की दिशा वल उठे कदम वजों ही देखदी है। ਹੁਣ ਤੋਂ ਨਹੀਂ, ਸ਼ੁਰੂ ਤੋਂ ਹੀ ਪੰਜਾਬੀ ਸੂਬਾ ਬਣਾਉਣ ਤੋਂ ਪਹਿਲਾਂ ਪੰਜਾਬ ਦੇ ਇੱਕ ਵਰਗ ਨੂੰ ਪੰਜਾਬੀ ਮਾਂ ਬੋਲੀ ਤੋਂ ਮੁਨਕਰ ਕਰਵਾਇਆ ਗਿਆ। ਫਿਰ ਲਿਲੜੀਆਂ ਕਢਵਾ ਕੇ ਪੰਜਾਬ ਦੇ ਟੋਟੇ ਕੀਤੇ ਗਏ। ਅਨੰਦਪੁਰ ਦੇ ਮਤੇ ਨੂੰ ਵੱਖਵਾਦੀ ਪ੍ਰਚਾਰਿਆ ਗਿਆ। ਹਾਲਾਤਾਂ ਨੂੰ ਦਰਬਾਰ ਸਾਹਿਬ ਤੇ ਫੌਜੀ ਹਮਲੇ ਤੋਂ ਲੈ ਕੇ ਸਿੱਖਾਂ ਦੀ ਨਸਲਕੁਸ਼ੀ ਤੱਕ ਪਹੁੰਚਾਇਆ ਗਿਆ। ਇਹ ਤੁਹਾਡੇ ਸਾਹਮਣੇ ਹੀ ਹੈ। किसान आंदोलन नूं भी किवें खालिस्तानी कह के भंडिया गया, दमन चक्कर चलाउण दी कोशिश की गई। इसे लई सियासतदान भी जिन्हां सियासत तो लाहे लैणे हन उही करदे हन जो केंद्र नूं रास आउंदा है। उन्हां नूं पंजाब तो कोई मतलब नहीं। केंद्र भी पंजाब दी पावर उसे दे हथ रखदा है
ਜੋ ਉਸ ਦੀ ਬੀਨ ਵਜਾ ਸਕੇ। ਇਸੇ ਕਰਕੇ ਕਾਂਗਰਸ, ਬਾਦਲ ਦਲ ਤੋਂ ਲੈ ਕੇ ਆਮ ਆਦਮੀ ਪਾਰਟੀ ਤੱਕ ਨੇ ਕੁਰਸੀ ਮਿਲਣ ਮਗਰੋਂ ਕਦੇ ਵੀ ਪੰਜਾਬ ਦੇ ਮੂਲ ਮਸਲਿਆਂ ਦੀ ਡਟ ਕੇ ਪੈਰਵੀ ਨਹੀਂ ਕੀਤੀ, ਉਲਟਾ ਕੇਂਦਰ ਦੇ ਟਾਊਟ ਬਣ ਕੇ ਹੀ ਵਿਚਰੇ, ਜਿਸ ਨਾਲ ਹਮੇਸ਼ਾ ਕੇਂਦਰ ਦਾ ਦਖਲ ਵਧਿਆ ਹੈ, ਪੰਜਾਬ ਹੋਰ ਕਮਜ਼ੋਰ ਹੋਇਆ ਹੈ। ਇੱਕ ਹੋਰ ਗੱਲ, ਸਰਕਾਰਾਂ ਸਿਰਫ ਰੋਟੀ, ਕਪੜਾ, ਮਕਾਨ ਜਾਂ ਬਿਜਲੀ, ਸਿਹਤ ਅਤੇ ਸਿੱਖਿਆ ਲਈ ਹੀ ਨਹੀਂ ਚੁਣੀਆਂ ਜਾਂਦੀਆਂ। ਇਹ ਤਾਂ ਜਿਉਣ ਦੀਆਂ ਬੇਸਿਕ ਜ਼ਰੂਰਤਾਂ ਹਨ, ਇਹ ਤਾਂ ਗੁਲਾਮਾਂ ਨੂੰ ਵੀ ਮਿਲ ਜਾਂਦੀਆਂ ਹਨ। ਇਸ ਤੋਂ ਵੀ ਉੱਪਰ ਹੈ ਨਾਗਰਿਕਾਂ ਦਾ ਸਵੈਮਾਣ ਅਤੇ ਸਭ ਨੂੰ ਬਰਾਬਰ ਦਾ ਨਿਆਂ। ਕਿਸੇ ਵੀ ਸਰਕਾਰ ਦੀ ਇਹ ਸਭ ਤੋਂ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਜੋ ਸਰਕਾਰ ਆਪਣੇ ਨਾਗਰਿਕਾਂ ਨੂੰ ਨਿਆਂ ਨਾ ਦੇ ਸਕੇ, ਨਿਆਂ ਦਿਵਾ ਵੀ ਨਾ ਸਕੇ, ਆਪਣੇ ਨਾਗਰਿਕਾਂ ਦਾ ਸਵੈਮਾਣ ਨਾ ਕਾਇਮ ਰੱਖ ਸਕੇ, ਉਹ ਸਰਕਾਰ ਹੀ ਕਾਦੀ। ਇਹੀ ਹੋਇਆ ਹੈ ਹੁਣ ਤੱਕ ਪੰਜਾਬ ਦੇ ਨਾਲ। ਪੰਜਾਬ ਦੇ ਪ੍ਰਤੀਨਿਧੀ ਜੋ ਲੋਕ ਸਭਾ ਵਿੱਚ ਪੰਜਾਬ ਦੀਆਂ ਹੱਕੀ ਮੰਗਾਂ ਜਾਂ ਪੰਜਾਬੀਆਂ ਦੇ ਸਵੈਮਾਣ ਅਤੇ ਨਿਆਂ ਦੀ ਗੱਲ ਕਰਨ ਤੋਂ ਡਰਦੇ ਹਨ, ਜੋ ਸੂਬੇ 'ਚ ਸਰਕਾਰ ਬਣਾ ਕੇ ਸੂਬੇ ਦੇ ਸਵੈਮਾਣ ਅਤੇ ਨਿਆਂ ਨੂੰ ਹੀ ਵੱਖਵਾਦ ਮੰਨਦੇ ਹਨ, ਉਹਨਾਂ ਨੂੰ ਵੋਟਾਂ ਪਾਉਣ ਦਾ ਮਤਲਬ ਪੰਜਾਬ ਨਾਲ ਦਗਾ ਕਮਾਉਣਾ ਹੈ। ਇਸ ਲਈ ਆਪਣੀਆਂ ਵੋਟਾਂ ਖਰਾਬ ਕਰਨ ਨਾਲੋਂ ਬਿਹਤਰ ਹੈ ਸਿਰਫ ਪੰਥ ਅਤੇ ਪੰਜਾਬ ਦੇ ਹਿਤੈਸ਼ੀਆਂ ਨੂੰ ਹੀ ਵੋਟਾਂ ਪਾਓ, ਜਾਂ ਫਿਰ ਨੋਟਾ ਦਾ ਬਟਨ ਦਬਾ ਕੇ ਆਪਣੀ ਨਾਰਾਜ਼ਗੀ ਦਰਜ ਕਰਵਾਓ। ਤੁਸੀਂ ਕੀ ਸੋਚਦੇ ਹੋ? ਆਪਣੇ ਵਿਚਾਰ ਹੇਠਾਂ ਕਮੈਂਟ ਬਾਕਸ ਵਿੱਚ ਲਿਖੋ। ਨਾਲ ਹੀ ਇਹ ਵੀ ਦੱਸੋ ਕਿ ਤੁਸੀਂ ਮੇਰੇ ਇਸ ਪ੍ਰੋਗਰਾਮ ਨੂੰ ਦੇਖਣਾ ਚਾਹੁੰਦੇ ਹੋ ਜਾਂ ਨਹੀਂ। ਜੇਕਰ ਹਾਂ ਤਾਂ ਵੱਧ ਤੋਂ ਵੱਧ ਲਾਈਕ ਕਰੋ, ਸ਼ੇਅਰ ਕਰੋ, ਕਮੈਂਟ ਵੀ ਲਿਖੋ। ਚੈਨਲ ਨੂੰ ਸਬਸਕ੍ਰਾਈਬ ਤਾਂ ਕਰ ਹੀ ਦਿਓ। ਆਪਣੀ ਰਾਏ ਜ਼ਰੂਰ ਦੱਸਿਓ। ਇਸੇ ਨਾਲ ਦਿਓ ਇਜਾਜ਼ਤ। ਹੱਸਦੇ ਵਸਦੇ ਰਹੋ, ਖੁਸ਼ ਰਹੋ, ਆਬਾਦ ਰਹੋ। ਪਾਓ ਸਾਂਝ ਗੁਰੂ ਵੱਲੋਂ ਬਖਸ਼ੀ ਹੋਈ ਫਤਿਹ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।